ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਉਡਾਨ ਇੰਸਟੀਚਿਊਟ ਬਠਿੰਡਾ ਦੇ ਵਿੱਚ। ਪਿਛਲੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਸਾਡੇ ਪੀਐਸ ਟੈਟ ਐਗਜ਼ਾਮ ਦੇ ਵਿੱਚ ਸਾਈਕੋਲੋਜੀ, ਜਿਹਨੂੰ ਅਸੀਂ ਤੁਹਾਡੇ ਇਸ ਸਿਲੇਬਸ ਦੇ ਵਿੱਚ ਨਾਮ ਦਿੱਤਾ ਗਿਆ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ, ਉਹਦੇ ਵਿੱਚ ਕਿਸ ਤਰ੍ਹਾਂ ਐਜੂਕੇਸ਼ਨ ਸਾਈਕੋਲੋਜੀ ਕੰਮ ਕਰਦੀ ਆ, ਕਿਸ ਤਰ੍ਹਾਂ ਪੈਡਾਗੋਗੀ ਪੂਰੇ ਪੇਪਰ ਦੇ ਵਿੱਚ ਜਿਹੜੇ ਹੈਗੇ ਡਿਫਰੈਂਟ ਕੁਐਸਚਨਸ ਆਉਂਦੇ ਨੇ ਸਾਨੂੰ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਸਾਡੇ ਸਿਲੇਬਸ ਦੀ ਸ਼ੁਰੂਆਤ ਕਰ ਰਹੇ ਹਾਂ। ਤਾਂ ਸਾਡਾ ਜੋ ਫਸਟ ਲੈਕਚਰ ਹੋਊਗਾ, ਜਦੋਂ ਤੁਸੀਂ ਸਿਲੇਬਸ ਦੇਖਦੇ ਹੋ ਤਾਂ ਉਹਦੇ ਵਿੱਚ ਜਿਹੜਾ ਤੁਸੀਂ ਫਸਟ ਕਨਸੈਪਟ ਦੇਖਦੇ ਹੋ ਉਹ ਗਰੋਥ ਐਂਡ ਡਿਵੈਲਪਮੈਂਟ ਦਾ ਜੀ। ਗਰੋਥ ਐਂਡ ਡਿਵੈਲਪਮੈਂਟ, ਕਿਉਂਕਿ ਜੋ ਸਾਡੇ ਇਸ ਪੇਪਰ ਦੇ ਵਿੱਚ ਸਾਡੇ ਸਬਜੈਕਟ ਦਾ ਨਾਮ ਹੈ ਚਾਈਲਡ ਡਿਵੈਲਪਮੈਂਟ, ਤਾਂ ਬੇਸਿਕਲੀ ਚਾਈਲਡ ਡਿਵੈਲਪਮੈਂਟ ਜਿਹੜਾ ਸ਼ਬਦ ਆ ਉਹ ਨਿਕਲ ਕੇ ਕਿੱਥੋਂ ਆਉਂਦਾ? ਉਹ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚੋਂ ਹੀ ਨਿਕਲ ਕੇ ਆਉਂਦਾ। ਦੋ ਕਨਸੈਪਟ ਤੁਹਾਨੂੰ ਸਾਡੇ ਸਾਹਮਣੇ ਦਿਖ ਰਹੇ ਆ। ਅਸੀਂ ਆਮ ਜਾਣਦੇ ਹਾਂ BA ਟਾਈਮ ਜਾਂ ETT ਟਾਈਮ ਤੁਸੀਂ ਪੜ੍ਹਿਆ ਗਰੋਥ ਐਂਡ ਡਿਵੈਲਪਮੈਂਟ, ਪਰ ਐਕਚੁਅਲ ਦੇ ਵਿੱਚ ਇਹ ਦੋ ਕਨਸੈਪਟ ਨਹੀਂ ਹੈ। ਜੇ ਅਸੀਂ ਡਿਵੈਲਪਮੈਂਟ ਨੂੰ ਇਸ ਤਰੀਕੇ ਨਾਲ ਦੇਖੀਏ, ਠੀਕ ਹੈ ਜੀ, ਤਾਂ ਗਰੋਥ ਇਸੇ ਘੇਰੇ ਦੇ ਵਿੱਚ ਹੀ ਆਉਂਦਾ ਜੀ, ਅਲੱਗ ਕਨਸੈਪਟ ਨਹੀਂ ਹੈ, ਡਿਵੈਲਪਮੈਂਟ ਦਾ ਹੀ ਇੱਕ ਪਾਰਟ ਆ। ਠੀਕ ਹੈ ਜੀ, ਤਾਂ ਤੁਸੀਂ ਕਹਿ ਸਕਦੇ ਹੋ ਕਿ ਜੇ ਪੂਰਾ ਸਰਕਲ ਆ ਜਿਹੜਾ ਉਹ ਗਰੋਥ ਆ ਤਾਂ ਇਹਦਾ ਇੱਕ ਪਾਰਟ, ਪੂਰਾ ਸਰਕਲ ਆ ਜਿਹੜਾ ਉਹ ਡਿਵੈਲਪਮੈਂਟ ਆ ਤਾਂ ਇਹਦਾ ਇੱਕ ਪਾਰਟ ਆ ਜਿਹੜਾ ਉਹ ਗਰੋਥ ਆ। ਆਮ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਇਸ ਚੀਜ਼ ਨੂੰ ਸਮਝਣ ਲਈ ਇਹ ਕਹਿੰਦੇ ਆ ਕਿ ਗਰੋਥ ਜੋ ਉਹ ਵਾਧਾ ਜਿਸ ਨੂੰ ਅਸੀਂ ਮਾਪ ਤੋਲ ਸਕਦੇ ਹਾਂ, ਜਿਸ ਨੂੰ ਅਸੀਂ ਦੇਖ ਸਕਦੇ ਹਾਂ। ਸਾਡੇ ਕੱਦ ਕਾਠ ਦਾ ਵਧਣਾ, ਸਾਡੇ ਅੰਗਾਂ ਦੇ ਆਕਾਰ ਦਾ ਵਧਣਾ, ਸਾਡਾ ਜਿਹੜਾ ਹੈਗਾ ਸਟਰਕਚਰ 'ਚ ਜਿਹੜੀ ਉਹਦੀ ਬਣਾਵਟ 'ਚ ਫਰਕ ਆਉਣਾ, ਇਹਨੂੰ ਅਸੀਂ ਗਰੋਥ ਕਹਿ ਦਿੰਦੇ ਹੈਗੇ, ਹੈ ਨਾ, ਜਿਹੜੀ ਕੁਆਂਟਿਟੀ ਦੇ ਨਾਲ ਰਿਲੇਟਡ ਆ। ਫਿਰ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ, ਡਿਵੈਲਪਮੈਂਟ ਬੇਸਿਕਲੀ ਫੰਕਸ਼ਨਿੰਗ ਆ, ਇੱਕ ਕਿਰਿਆ, ਹੈ ਨਾ। ਲਾਈਕ ਜੇ ਅਸੀਂ ਡਿਵੈਲਪਮੈਂਟ ਹੈ, ਅਸੀਂ ਸਾਡੀ ਗਰੋਥ ਦੇ ਨਾਲ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹਾਂ ਉਹਨੂੰ ਅਸੀਂ ਡਿਵੈਲਪਮੈਂਟ ਕਹਿੰਦੇ, ਜਿਹਨੂੰ ਵਿਕਾਸ ਕਹਿ ਸਕਦੇ ਹੋ ਤੁਸੀਂ। ਫੋਰ ਐਗਜ਼ਾਮਪਲ ਜੇ ਅਸੀਂ ਪਹਿਲੀ ਐਗਜ਼ਾਮਪਲ ਲਈਏ ਕਿ ਹੱਥਾਂ ਦਾ ਸਾਡਿਆਂ ਦਾ ਆਕਾਰ ਕੀ ਆ, ਤਾਂ ਇਹ ਮੇਰਾ ਸਵਾਲ ਗਰੋਥ ਨਾਲ ਆ। ਬਟ ਜੇ ਅਸੀਂ ਇਹੀ ਗੱਲ ਆਖੀਏ ਕਿ ਸਾਡੀ ਰਾਈਟਿੰਗ ਕਿੰਨੀ ਸੋਹਣੀ ਆ ਜੋ ਅਸੀਂ ਇਹਨਾਂ ਹੱਥਾਂ ਨਾਲ ਲਿਖ ਰਹੇ ਹਾਂ, ਤਾਂ ਇਹ ਮੇਰਾ ਸਵਾਲ ਡਿਵੈਲਪਮੈਂਟ ਨਾਲ ਆ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਜਿਹੜੀ ਗਰੋਥ ਆ ਤੁਸੀਂ ਜਾਣਦੇ ਹੋ ਕਿ ਅੰਦਾਜ਼ਨ, ਵੈਸੇ ਅਲੱਗ-ਅਲੱਗ ਮਾਹਿਰਾਂ ਦਾ ਅਲੱਗ-ਅਲੱਗ ਆਈਡੀਆ ਇਹਦੇ 'ਤੇ, ਪਰ ਫਿਰ ਵੀ ਅਸੀਂ ਸਿੰਪਲ ਰੂਪ 'ਚ ਸਮਝਣਾ ਕਿ ਜਨਮ ਤੋਂ ਲੈ ਕੇ, ਜਨਮ ਤੋਂ ਵੀ ਕੀ ਕਿ ਪ੍ਰੀ ਇਨਫੈਂਸੀ ਪੀਰੀਅਡ ਤੋਂ ਸ਼ੁਰੂ ਹੋ ਕੇ ਪਹਿਲੇ 25 ਸਾਲਾਂ ਤੱਕ ਇਨਸਾਨ ਦੀ ਗਰੋਥ ਹੁੰਦੀ ਆ, ਮਤਲਬ ਕਿ ਉਹਦੇ ਵਿੱਚ ਵਾਧਾ ਹੁੰਦਾ ਗਾ, ਵੱਖ-ਵੱਖ ਇੰਟਰਨਲ ਜਾਂ ਐਕਸਟਰਨਲ ਦੀ ਗੱਲ ਕਰਦੇ ਆ। ਜਿਹੜੀ ਡਿਵੈਲਪਮੈਂਟ ਆ, ਡਿਵੈਲਪਮੈਂਟ 0 ਤੋਂ ਲੈ ਕੇ ਟਿਲ ਡੈਥ, ਮਰਨ ਤੱਕ, ਜਨਮ ਤੋਂ ਲੈ ਕੇ, ਜਨਮ ਤੋਂ ਪਹਿਲਾਂ ਵੀ ਇਨਫੈਂਸੀ ਪੀਰੀਅਡ, ਪ੍ਰੀ ਇਨਫੈਂਸੀ ਪੀਰੀਅਡ ਤੋਂ ਸ਼ੁਰੂ ਹੋ ਕੇ ਡਿਵੈਲਪਮੈਂਟ ਜਿਹੜੀ ਹੈਗੀ ਆ ਡੈਥ ਤੱਕ ਚੱਲਦੀ ਹੈਗੀ ਜੀ। ਠੀਕ ਹੈ ਜੀ, ਤਾਂ ਦੋਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਇਹਨਾਂ ਕਨਸੈਪਟ, ਭਾਵੇਂ ਕਿ ਡਿਵੈਲਪਮੈਂਟ ਦਾ ਹੀ ਪਾਰਟ ਗਰੋਥ ਆ, ਪਰ ਇਹਨਾਂ ਦੋਨੋਂ ਕਨਸੈਪਟਸ ਨੂੰ ਸਾਨੂੰ ਸਮਝਣਾ ਪਊਗਾ, ਫਿਰ ਅਸੀਂ ਆਪਦੇ ਲੈਕਚਰ ਨੂੰ ਅੱਗੇ ਲੈ ਕੇ ਚੱਲਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਇਹਨਾਂ ਦੋਨਾਂ ਕਨਸੈਪਟਸ ਨੂੰ ਸਮਝਣਾ ਤਾਂ ਅਸੀਂ ਇਸ ਤਰੀਕੇ ਨਾਲ ਪਾਰਟੀਸ਼ਨ ਕਰ ਸਕਦੇ ਹਾਂ। ਇੱਕ ਸਾਈਡ ਅਸੀਂ ਗਰੋਥ ਲਿਖਾਂਗੇ ਤੇ ਇੱਕ ਸਾਈਡ ਅਸੀਂ ਡਿਵੈਲਪਮੈਂਟ ਲਿਖਾਂਗੇ ਜੀ। ਠੀਕ ਹੈ ਜੀ, ਗਰੋਥ ਐਂਡ ਡਿਵੈਲਪਮੈਂਟ। ਤਾਂ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਇਹਨੂੰ ਅਸੀਂ ਪਾਰਟ ਆਫ ਡਿਵੈਲਪਮੈਂਟ, ਜੋ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਪਾਰਟ ਆਫ ਡਿਵੈਲਪਮੈਂਟ ਕਹਾਂਗੇ ਜੀ, ਕਿਉਂਕਿ ਗਰੋਥ ਡਿਵੈਲਪਮੈਂਟ ਦਾ ਹੀ ਪਾਰਟ ਆ। ਡਿਵੈਲਪਮੈਂਟ ਇੱਕ ਤੁਸੀਂ ਕਹਿ ਸਕਦੇ ਹੋ ਹੋਲ ਕਨਸੈਪਟ ਆ, ਮਤਲਬ ਕਿ ਸੰਪੂਰਨ ਕਨਸੈਪਟ ਆ ਜੀ। ਇਹ ਡਿਵੈਲਪਮੈਂਟ ਇਹ ਸੰਪੂਰਨ ਆ ਜੀ, ਗਰੋਥ ਇਹਦਾ ਇੱਕ ਹਿੱਸਾ। ਡਿਵੈਲਪਮੈਂਟ ਸੰਪੂਰਨ ਕਨਸੈਪਟ ਆ, ਗਰੋਥ ਇਹਦਾ ਇੱਕ ਪਾਰਟ ਆ, ਇੱਕ ਹਿੱਸਾ। ਫਿਰ ਦੇਖੀਏ ਅਸੀਂ ਗਰੋਥ ਆ ਜੋ ਉਹ ਲਿਮਟਿਡ ਟਾਈਮ 'ਚ ਹੁੰਦਾ ਜੀ। ਲਿਮਟਿਡ ਟਾਈਮ ਮਤਲਬ ਕਿ ਅੰਦਾਜ਼ਾ ਤੁਸੀਂ ਕਹਿ ਸਕਦੇ ਹੋ 0 ਤੋਂ 25 ਸਾਲ, ਹੈ ਨਾ। ਸਾਡਾ ਜਿਹੜਾ ਗਰੋਥ ਆ ਉਹ ਇਸ ਸਮੇਂ ਤੱਕ ਹੀ ਹੁੰਦਾ। 0 ਤੋਂ 25 ਸਾਲ ਦੇ ਵਿੱਚ ਇਹ ਦੋ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਗਰੋਥ ਆ। ਇੱਕ ਨੂੰ ਅਸੀਂ ਇੰਟਰਨਲ ਬੋਲ ਦਿੰਦੇ ਹਾਂ, ਇੰਟਰਨਲ ਗਰੋਥ, ਇੱਕ ਨੂੰ ਅਸੀਂ ਐਕਸਟਰਨਲ ਬੋਲ ਦਿੰਦੇ ਹਾਂ। ਇੰਟਰਨਲ ਦਾ ਮਤਲਬ ਹੈਗਾ ਜੋ ਸਾਡੀ ਬੋਡੀ ਦੇ ਇੰਟਰਨਲ ਅੰਦਰੂਨੀ ਰੂਪ 'ਚ ਗਰੋਥ ਹੁੰਦਾ।
ਲਾਈਕ ਸਾਡੇ ਮਸਲਸ ਦਾ ਸਾਈਜ਼ ਵਧਣਾ, ਸਾਡੇ ਅੰਦਰੂਨੀ ਅੰਗਾਂ ਦਾ, ਸਾਡੇ ਹਾਰਟ ਵਗੈਰਾ ਵਗੈਰਾ ਇਹਨਾਂ ਅੰਗਾਂ ਦਾ ਸਾਈਜ਼ ਵਧਣਾ, ਉਹਨੂੰ ਅਸੀਂ ਇੰਟਰਨਲ ਗਰੋਥ ਕਹਿ ਦਿੰਦੇ ਹਾਂ। ਐਕਸਟਰਨਲ ਗਰੋਥ ਜੋ ਸਾਡੇ ਸਾਹਮਣੇ ਵਾਪਰ ਰਿਹਾ, ਜੋ ਦਿਖ ਰਿਹਾ, ਲਾਈਕ ਸਾਡੇ ਹੱਥਾਂ ਪੈਰਾਂ ਕੱਦ ਕਾਠ ਦਾ ਵਧਣਾ, ਇਹਨੂੰ ਅਸੀਂ ਐਕਸਟਰਨਲ ਗਰੋਥ ਕਹਿ ਦਿੰਦੇ ਹਾਂ। ਠੀਕ ਹੈ ਜੀ। ਜੋ ਡਿਵੈਲਪਮੈਂਟ ਆ ਜੀ, ਇਹ ਕੰਟੀਨਿਊਸ ਪ੍ਰੋਸੈਸ ਆ ਜੀ, ਇਹ ਕੰਟੀਨਿਊਸ ਪ੍ਰੋਸੈਸ ਆ, मतलब कि लगातार ਚੱਲਣ ਵਾਲਾ ਪ੍ਰੋਸੈਸ ਆ। ਜਦੋਂ ਕਿ ਜਿਹੜਾ ਗਰੋਥ ਆ ਇਹ ਲਿਮਟਡ ਟਾਈਮ ਦਾ ਪ੍ਰੋਸੈਸ ਆ। ਇਹ ਵੱਡਾ मतलब कि ਇਹਨਾਂ ਦੇ ਵਿੱਚ ਡਿਫਰੈਂਸ ਆ। ਇਹ ਕੰਟੀਨਿਊਸ ਪ੍ਰੋਸੈਸ ਆ। ਤੁਸੀਂ ਜ਼ੀਰੋ ਤੋਂ ਲੈ ਕੇ, ਜ਼ੀਰੋ ਤੋਂ ਮੇਰਾ ਭਾਵ ਹੈਗਾ ਪ੍ਰੀ ਇਨਫੈਂਸੀ ਪੀਰੀਅਡ ਤੋਂ ਲੈ ਕੇ, ਜਿੱਥੇ ਬੱਚੇ ਦੀ ਸ਼ੁਰੂਆਤ ਹੁੰਦੀ ਆ ਲਾਈਫ ਦੀ, ਹੈ ਨਾ, ਜਾਂ ਤੁਸੀਂ ਚਲੋ ਸੌਖਿਆਂ ਸਮਝ ਲਈ ਬਰਥ ਤੋਂ ਕਹਿ ਸਕਦੇ ਹੋ, ਬਰਥ ਤੋਂ ਲੈ ਕੇ ਡੈਥ ਤੱਕ ਇਹ ਕਨਸੈਪਟ ਚੱਲਦਾ। ਇਹ ਕੰਟੀਨਿਊਸ ਪ੍ਰੋਸੈਸ ਆ ਜੀ। ठीक है जी। इसे दे नाल असीं अगे देखिए, ये क्वांटिटी नाल रिलेटेड आ जी, ये क्वालिटी नाल रिलेटेड आ, ये मात्रा नाल रिलेटेड आ, ये गुणवत्ता नाल रिलेटेड आ। मतलब कि ग्रोथ दे विच तुसीं ये गल करोगे कि इस अंग दा की साइज़ आ, की आकार आ, सॉरी, जिसनूं तुसीं देख माप तोल सकदे हो, है ना, ये क्वांटिटी बन जाती है। डिवेलपमेंट दे विच की है जी, क्वालिटी नाल रिलेटेड आ। बेसिकली क्वालिटी, गुणवत्ता, तुसी हत्थां नाल कितना सोहना लिख सकते हो, की काम कर सकते हो, तुसी बुन सकते हो, तुसी पेंटिंग कर सकते हो, तुसी ड्राइंग कर सकते हो, कार्टून बना सकते हो, वगैरह वगैरह। ये सब कुछ डिवेलपमेंट की गल की जा रही है। जे तुहाडीआं लैग्स का की आकार आ, ये गल की जाए तो ग्रोथ की गल की जा रही है। तुसी कितना तेज दौड़ सकते हो, कितना हाई जंप लगा सकते हो, लॉन्ग जंप लगा सकते हो, तो डिवेलपमेंट की गल की जा रही है। मतलब कि डिवेलपमेंट एक फंक्शनिंग आ। ग्रोथ उस फंक्शनिंग नूं जिहड़ा मशीनरी पूरा करती है वो चीज़ आ। इस चीज़ नूं समझण की जरूरत हैगी आ। जिवें आपां पहलां गल कीता कि ग्रोथ नूं तुसीं मीजरमेंट, मतलब कि तुसीं माप तोल सकते हो, तो डिवेलपमेंट नूं तुसीं इहदी तुसीं असैसमेंट कर सकते हो जी। ग्रोथ नूं तुसीं माप तोल सकते हो, तुहाडे कोले पैमाने है, पर दूसरी साइड जदों तुसीं डिवेलपमेंट की गल करोगे तो उहनूं तुसीं असैसमेंट, उहदी असैसमेंट कर सकते हो, प्रॉपर तौर पर तुसीं उहनूं माप तोल नहीं सकते। अगे चलते हैं जी। अगे असीं गल करिए जिहड़ा इंपॉर्टेंट काफ़ी सारे पेपरां दे विच इह क्वेश्चन आउंदा रहिंदा कि ग्रोथ, जे तुसीं कह सकते हो कि डिवेलपमेंट तो बिना हो सकती है जी। ग्रोथ डिवेलपमेंट तो बिना हो सकती है। जिवें कि आपां हुणे एक एग्जाम्पल लैती आ कि असीं साडे हत्थां दा आकार प्रॉपर आउंदा ते असीं लिख सकते हैं, असीं पेंटिंग कर सकते हैं। पेंटिंग हुण डिवेलपमेंट आ। जे पेंटिंग ना भी आऊ तो ग्रोथ तो साडी हुंदी आ। एक पिछे जे काफ़ी टाइम पहला एक मूवी आई सीगी, असीं अक्सर क्लास दे विच उस मूवी का जिक्र करते हैं कि कोई मिल गया। उस दे विच की है कि तुसीं देखो कि एक जिहड़ा उहदा हीरो आ ऋतिक रोशन, तो वो देखते हो तुसीं कि उहदी हाइट, उहदी ग्रोथ प्रॉपर हुंदी आ, उहदी हाइट, उहदे अंगां दा आकार प्रॉपर शेप लैंदा, प्रॉपर ग्रोथ हुंदी आ, पर वो डिवेलप नहीं हो पाउंदा। मूवी दे विच कहा जाता कि जी ये बच्चा भावें तुहाडा 6 फुट का हो चुकिया, पर इहदा लैवल आ जिहड़ा वो 7वीं 8वीं वाला, मतलब कि डिवेलप नहीं हो पाया। तो गल की है कि ये हो सकता, ग्रोथ डिवेलपमेंट तो बिना हो सकती है, पर डिवेलपमेंट कदे भी ग्रोथ तो बिना नहीं हो सकती। डिवेलपमेंट ग्रोथ तो बिना नहीं हो सकती जी। फॉर एग्जाम्पल अनलकीली कोई बच्चा पोलियो का शिकार आ, अनलकीली कोई बच्चा पोलियो का शिकार आ, इट मीनस की आ कि उहदी लैग आ जिहड़ी उहदी प्रॉपर ग्रोथ नहीं हुई, प्रॉपर ग्रोथ नहीं हुई, तो वह दौड़ किवें सकूगा, उहदी डिवेलपमेंट ते भी इस चीज़ का असर पऊगा। तो डिवेलपमेंट ग्रोथ तो बिना नहीं, किसी बच्चे का अनलकीली उहदा हथ प्रॉपर ग्रोथ, प्रॉपर आकार उहने नहीं लेता, तो उहदे नाल अच्छी डिवेलपमेंट किवें कर सकूगा, फंक्शनिंग किवें कर सकूगा।
ਤਾਂ ਇਹ ਚੀਜ਼ ਹੁੰਦੀ ਆ, ਇਨਸਾਨ ਦਾ ਜਿਹੜੇ ਅੰਗ ਨੇ ਪ੍ਰੋਪਰ ਗਰੋਥ ਨਹੀਂ ਕੀਤੀ ਉਸ ਅੰਗ ਨਾਲ ਹੀ ਸੰਬੰਧਿਤ ਉਹਦੀ ਡਿਵੈਲਪਮੈਂਟ ਨਹੀਂ ਹੋਊਗੀ। ਇਹ ਬਹੁਤ ਇੰਪੋਰਟੈਂਟ ਕਨਸੈਪਟ ਆ, ਕਈ ਪੇਪਰਾਂ ਦੇ ਵਿੱਚ ਇਹਦੇ ਚੋਂ ਜਿਹੜਾ ਹੈਗਾ ਸਵਾਲ ਆਇਆ ਗਾ। ਅੱਗੇ ਜੇ ਤੁਸੀਂ ਦੇਖੋ ਤਾਂ ਗਰੋਥ ਤੇ ਹੈਰੀਡਿਟੀ, ਹਾਲਾਂਕਿ ਗਰੋਥ ਤੇ ਹੈਰੀਡਿਟੀ ਜ਼ਿਆਦਾ ਅਸਰ ਪਾਉਂਦੀ ਆ, ਜ਼ਿਆਦਾ ਇਨਫਲੂਐਂਸ ਆ, ਡਿਵੈਲਪਮੈਂਟ ਤੇ এনवायरमेंट ਜ਼ਿਆਦਾ ਅਸਰ ਪਾਉਂਦਾ, ਪਰ ਪੂਰੀ ਤਰ੍ਹਾਂ ਤੁਸੀਂ ਦੋਨਾਂ ਨੂੰ ਹੀ ਨਹੀਂ ਨਕਾਰ ਸਕਦੇ ਇੱਕ ਦੂਜੇ ਤੋਂ। ਜ਼ਿਆਦਾ ਅਸਰ ਡਿਵੈਲਪਮੈਂਟ ਤੇ এনवायरमेंट ਪਾਉਂਦਾ, ਗਰੋਥ ਤੇ ਜਿਹੜੀ ਹੈਗੀ ਹੈਰੀਡਿਟੀ ਜ਼ਿਆਦਾ ਅਸਰ ਪਾਉਂਦੀ ਆ। ਠੀਕ ਹੈ ਜੀ, ਗਰੋਥ ਨੂੰ ਤੁਸੀਂ ਪਾਰਟੀਕੂਲਰ ਐਸਪੈਕਟ ਤੇ ਦੇਖਦੇ ਹੋ ਜੀ, ਇਹਨੂੰ ਤੁਸੀਂ ਡਿਵੈਲਪਮੈਂਟ ਨੂੰ ਤੁਸੀਂ ਐਜ਼ ਏ ਹੋਲ ਦੇਖਦੇ ਹੋ ਜੀ। ਇਹ ਇੰਟੀਗ੍ਰੇਟਡ ਨਹੀਂ ਹੁੰਦਾ, ਇਹ ਇੰਟੀਗ੍ਰੇਟ ਬੇਸਿਕਲੀ ਪਾਰਟੀਕੂਲਰ ਐਸਪੈਕਟਸ ਦੇ ਤੌਰ ਤੇ ਗਰੋਥ ਨੂੰ ਦੇਖਦੇ ਹੋ ਕਿ ਇਹ ਬੰਦੇ ਦੇ ਹੱਥਾਂ ਦਾ ਕਿਵੇਂ ਦੀ ਗਰੋਥ ਹੋਈ ਆ, ਪੈਰਾਂ ਦੀ ਕਿਵੇਂ ਗਰੋਥ ਹੋਈ ਆ, ਇਹਦਾ ਹਾਈਟ ਕਿੰਨੀ ਆ, ਇਹਦੀ ਵਾਲਾਂ ਦੀ ਗਰੋਥ ਕਿਵੇਂ, ਵਗੈਰਾ ਵਗੈਰਾ। ਪਾਰਟੀਕੂਲਰ ਐਸਪੈਕਟ ਤੇ ਤੁਸੀਂ ਦੇਖ ਸਕਦੇ ਹੋ। ਡਿਵੈਲਪਮੈਂਟ ਐਜ਼ ਏ ਹੋਲ ਕਨਸੈਪਟ ਹੁੰਦਾ ਗਾ, ਇਹਦੇ ਤੁਸੀਂ ਹਿੱਸਿਆਂ ਦੇ ਵਿੱਚ ਨਹੀਂ ਦੇਖ ਸਕਦੇ। ਜੇ ਇਸ ਵਕਤ ਤੁਸੀਂ ਨੋਟ ਵੀ ਕਰ ਰਹੇ ਹੋ ਕਾਪੀਆਂ ਤੇ, ਤਾਂ ਤੁਸੀਂ ਦੇਖੋ ਕਿ ਤੁਸੀਂ ਐਜ਼ ਏ ਹੋਲ ਕਨਸੈਪਟ ਡਿਵੈਲਪਮੈਂਟ ਸੰਪੂਰਨਤਾ ਦੇ ਨਾਲ ਕਨਸੈਪਟ ਨੂੰ ਦੇਖ ਰਹੇ ਹੋ। ਇਹ ਨਹੀਂ ਹੈ ਕਿ ਤੁਹਾਡੇ ਇਕੱਲੇ ਹੱਥ ਕੰਮ ਕਰ ਰਹੇ ਨੇ, ਤੁਹਾਡਾ ਦੇਖਣਾ, ਤੁਹਾਡਾ ਸੁਣਨਾ ਵਗੈਰਾ ਵਗੈਰਾ ਸਾਰੀਆਂ ਚੀਜ਼ਾਂ ਇਹਦੇ 'ਚ ਕੰਮ ਕਰ ਰਹੀਆਂ ਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਨੈਕਸਟ। ਇਹ ਸਟਰਕਚਰ ਨਾਲ ਵੈਸੇ ਆਪਾਂ ਇਹ ਗੱਲ ਪਹਿਲਾਂ ਕਰ ਚੁੱਕੇ ਹਾਂ। ਸਟਰਕਚਰਲ ਕਨਸੈਪਟ ਆ ਜੀ, ਇਹ ਫੰਕਸ਼ਨਿੰਗ ਆ ਜੀ, ਇਹ ਫੰਕਸ਼ਨਿੰਗ ਹੈ, ਸਟਰਕਚਰਲ ਕਨਸੈਪਟ ਆ ਜੀ। ਠੀਕ ਹੈ ਜੀ, ਇਹ ਫੰਕਸ਼ਨਿੰਗ ਨਾਲ ਆ ਜੀ। ਇਹ ਇੰਟੀਗ੍ਰੇਟਡ ਨਹੀਂ ਹੈਗਾ ਜੀ, ਨਾਟ ਇੰਟੀਗ੍ਰੇਟਡ, ਤੇ ਇਹ ਇੰਟੀਗ੍ਰੇਟਡ ਆ ਜੀ। ਮਤਲਬ ਕਿ ਡਿਵੈਲਪਮੈਂਟ ਦੇ ਵਿੱਚ ਇੱਕ ਤੋਂ ਜ਼ਿਆਦਾ ਅੰਗ ਰਲ ਕੇ ਕੰਮ ਕਰਦੇ ਨੇ ਤਾਂ ਡਿਵੈਲਪਮੈਂਟ ਹੁੰਦੀ ਹੈ। ਤੁਸੀਂ ਦੌੜ ਰਹੇ ਹੋ, ਤੁਸੀਂ ਲਿਖ ਰਹੇ ਹੋ, ਤਾਂ ਸਿਰਫ ਤੁਹਾਡੀਆਂ ਲੈਗਸ ਕੰਮ ਨਹੀਂ ਕਰ ਰਹੀਆਂ ਦੌੜਨ ਦੇ ਵਿੱਚ, ਹੋਰ ਤੁਹਾਡੀ ਦਿਮਾਗੀ ਸਾਇੰਸ, ਤੁਹਾਡਾ ਦੇਖਣਾ, ਤੁਹਾਡੀ ਸਮਝ, ਕਾਫੀ ਚੀਜ਼ਾਂ ਰਲ ਕੇ ਕੰਮ ਕਰ ਰਹੀਆਂ ਨੇ। ਗਰੋਥ ਦੇ ਵਿੱਚ ਇੰਟੀਗ੍ਰੇਸ਼ਨ ਹੁੰਦੀ ਹੈ, ਤੁਹਾਡੀ ਲੈਗਸ ਦਾ ਆਕਾਰ ਪ੍ਰੋਪਰ ਹੋ ਰਿਹਾ, ਅਨਲੱਕੀਲੀ ਕਿਸੇ ਦਾ ਹੱਥਾਂ ਦਾ ਆਕਾਰ ਜਾਂ ਕਿਸੇ ਹੋਰ ਚੀਜ਼ ਦੀ ਗਰੋਥ ਨਹੀਂ ਹੋ ਰਹੀ, ਤਾਂ ਇਟਸ ਓਕੇ, ਇੱਕ ਇੱਕ ਅੰਗ ਨੂੰ ਤੁਸੀਂ ਦੇਖ ਸਕਦੇ ਹੋ। ਤਾਂ ਗਰੋਥ ਕਦੇ ਵੀ ਇੰਟੀਗ੍ਰੇਟਡ ਨਹੀਂ ਹੁੰਦੀ, ਜਦੋਂ ਕਿ ਡਿਵੈਲਪਮੈਂਟ ਇੰਟੀਗ੍ਰੇਟਡ ਹੁੰਦੀ ਹੈ ਜੀ। ਠੀਕ ਹੈ ਜੀ, ਤਾਂ ਇਸ ਪੁਆਇੰਟ ਆਫ ਵਿਊ ਤੋਂ ਜਦੋਂ ਅਸੀਂ ਦੇਖਦੇ ਹਾਂ ਗਰੋਥ ਤੇ ਡਿਵੈਲਪਮੈਂਟ ਨੂੰ, ਹਾਲਾਂਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਡਿਵੈਲਪਮੈਂਟ ਦਾ ਪਾਰਟ ਹੀ ਗਰੋਥ ਹੈ, ਤਾਂ ਇਸ ਕਨਸੈਪਟ ਦੇ ਵਿੱਚ ਅਸੀਂ ਦੋਨਾਂ ਚੀਜ਼ਾਂ ਨੂੰ ਸਾਡੇ ਸਾਹਮਣੇ ਲੈ ਕੇ ਆਉਣੇ ਆ ਕਿ ਗਰੋਥ ਤੇ ਡਿਵੈਲਪਮੈਂਟ ਜਦੋਂ ਅਲੱਗ ਤੋੜ ਕੇ ਦੇਖਦੇ ਹਾਂ, ਗਰੋਥ ਉਹ ਚੀਜ਼ ਜਿਸ ਨੂੰ ਅਸੀਂ ਦੇਖ ਮਾਪ ਤੋਲ ਸਕਦੇ ਹਾਂ, ਜਿਸ ਨੂੰ ਮਾਪਿਆ ਜਾ ਸਕਦਾ ਗਾ। ਡਿਵੈਲਪਮੈਂਟ ਉਹ ਜਿਸ ਨੂੰ ਮਾਪਿਆ ਨਹੀਂ ਜਾ ਸਕਦਾ, ਜਿਸ ਨੂੰ ਅਸੈਸ ਕੀਤਾ ਜਾ ਸਕਦਾ ਗਾ। ਠੀਕ ਹੈ ਜੀ, ਤਾਂ ਗਰੋਥ ਐਂਡ ਡਿਵੈਲਪਮੈਂਟ ਦੇ ਦੋਨਾਂ ਦੇ ਅਸੀਂ ਡਿਫਰੈਂਸ ਦੀ ਗੱਲ ਕੀਤੀ ਹੈਗੀ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ। ਨੈਕਸਟ ਗੱਲ ਕਰਦੇ ਹਾਂ ਆਪਾਂ ਅੱਗੇ। ਦੋ ਚੀਜ਼ਾਂ ਨੇ ਜੀ, ਟਾਈਪਸ ਆਫ ਡਿਵੈਲਪਮੈਂਟ। ਟਾਈਪਸ ਆਫ ਡਿਵੈਲਪਮੈਂਟ, ਕਿੰਨੇ ਤਰ੍ਹਾਂ ਦੀ ਡਿਵੈਲਪਮੈਂਟ ਆ। ਸੌਖਾ ਕਨਸੈਪਟ ਆ ਇਹ, ਪਰ ਸੌਖਾ ਹੈ, ਪਰ ਇੱਥੋਂ ਹੀ ਤੁਹਾਡੀ ਸਾਈਕੋਲੋਜੀ ਦਾ ਕਨਸੈਪਟ ਸ਼ੁਰੂ ਹੁੰਦਾ। ਬੇਸਿਕਲੀ ਜਿਹੜਾ ਤੁਹਾਡਾ ਸਿਲੇਬਸ ਆ, ਜੇ ਮੈਂ ਤੁਹਾਨੂੰ ਇਹ ਗੱਲ ਆਖਾਂ ਕਿ ਜਿਹੜਾ ਤੁਹਾਡਾ ਸਿਲੇਬਸ ਆ ਲਾਈਕ ਉਹ ਸਾਰਾ ਨਾ ਗਰੋਥ ਡਿਵੈਲਪਮੈਂਟ ਵਾਲੇ ਚੈਪਟਰ ਦੇ ਹੀ ਅੱਗੇ ਅੱਗੇ ਪਾਰਟਸ ਨੇ, ਤਾਂ ਮੈਂ ਗਲਤ ਨਹੀਂ ਕਹਿ ਰਿਹਾ, ਮੈਂ ਸਹੀ ਕਹਿ ਰਿਹਾ। ਕਿਵੇਂ, ਉਸ ਚੀਜ਼ ਨੂੰ ਮੈਂ ਸਾਬਿਤ ਕਰਦਾ। ਟਾਈਪਸ ਆਫ ਡਿਵੈਲਪਮੈਂਟ, ਤੁਸੀਂ ਸਾਰਿਆਂ ਨੇ ਪਿਛਲੀਆਂ ਕਲਾਸਾਂ ਦੇ ਵਿੱਚ ਇਸ ਕਨਸੈਪਟ ਨੂੰ ਪੜ੍ਹਿਆ। ਕਿੰਨੇ ਤਰ੍ਹਾਂ ਦੀ ਟਾਈਪਸ ਹੁੰਦੀਆਂ, ਲਾਈਕ ਸੋਸ਼ਲ ਡਿਵੈਲਪਮੈਂਟ, ਲਾਈਕ ਮੈਂਟਲ ਡਿਵੈਲਪਮੈਂਟ, ਠੀਕ ਹੈ ਜੀ, ਲਾਈਕ ਤੁਸੀਂ ਲੈਂਗੁਏਜ ਡਿਵੈਲਪਮੈਂਟ ਦੀ ਗੱਲ ਕਰ ਸਕਦੇ ਹੋ। ਠੀਕ ਹੈ ਜੀ, ਲਾਈਕ ਇਮੋਸ਼ਨਲ ਡਿਵੈਲਪਮੈਂਟ, ਸੈਕਸੁਅਲ ਡਿਵੈਲਪਮੈਂਟ, ਠੀਕ ਹੈ ਜੀ, ਫਿਜ਼ੀਕਲ ਡਿਵੈਲਪਮੈਂਟ, ਇਹਦੇ ਨਾਲ ਤੁਸੀਂ ਜੇ ਆਪਾਂ ਅੱਗੇ ਗੱਲ ਕਰੀਏ, ਕਾਫੀ ਸਾਰੀਆਂ ਡਿਵੈਲਪਮੈਂਟਸ ਨੇ ਵੈਸੇ ਤਾਂ, ਲਾਈਕ ਤੁਸੀਂ ਕਹਿ ਸਕਦੇ ਹੋ ਰਿਲੀਜੀਅਸ ਡਿਵੈਲਪਮੈਂਟ ਹੈ ਨਾ। ਇਹਦੇ ਨਾਲ ਨਾਲ ਜਿਵੇਂ ਲਾਈਕ ਹਾਂ ਮੋਰਲ ਡਿਵੈਲਪਮੈਂਟ ਦੀ ਗੱਲ ਕਰ ਸਕਦੇ ਹਾਂ ਆਪਾਂ।
इस तरीके नाल कई सारिया डिवेलपमेंट्स ने, मतलब कि कई सारिया डिवेलपमेंट्स तो मतलब की आ कि इंसान का जो जन्म होंदा तो वख-वख परसनैलिटी के वख-वख हिस्सों तो टाइप्स तो डिवेलप होंदा, वो समाजिक तौर पर डिवेलप होंदा, विकास करता, दिमागी तौर पर विकास करता, वो भाषा के तौर पर विकास करता, संवेगां जां इमोशनस के तौर पर विकास करता, सैक्सुअल तौर पर विकास करता, वो फिजिकल शरीरक तौर पर वह विकास होंदा, मॉरल तौर पर नैतिकता के तौर पर वह विकास होंदा वगैरह वगैरह बड़ियां सारियां जिहड़े एस्पैक्ट्स दे विच एस्थैटिक डिवेलपमेंट तुसीं कह सकते हो, नैचुरल डिवेलपमेंट तुसीं कह सकते हो, कई सारे पॉइंट ऑफ व्यू तो उसकी डिवेलपमेंट होंदी हैगी। हुण जिहड़ा तुहाडे कंसैप्ट का टाइटल आ, मतलब कि तुहाडे सिलेबस का टाइटल आ चाइल्ड डिवेलपमेंट एंड पैडागोगी, मैं क्यों कहा कि डिवेलपमेंट ही पूरे का पूरा सिलेबस आ, जो अगे सिलेबस पढ़ांगे डिवेलपमेंट का ही पार्ट आ, क्योंकि तुसीं देखो टाइप्स ऑफ डिवेलपमेंट्स ने, है ना। सोशल डिवेलपमेंट की फॉर एग्जाम्पल असीं गल करते हैं, इंसान किवें डिवेलप होंदा, ये असीं बंडूरा की थ्योरी पढ़ांगे, इंसान किस तरह डिवेलप होंदा बंडूरा ने दस्सिया, वैसे बहुत सारे लोगों ने दस्सिया, मैं एग्जाम्पल के तौर पर गल करदा, ठीक है जी। मैंटल डिवेलपमेंट असीं पियाजे की थ्योरी पढ़ांगे, इस डिवेलपमेंट नाल जुड़ी हुई कि दिमाग इंसान का दिमागी तौर पर मैंटली कग्नेटिवली किस तरीके नाल डिवेलप होंदा इंसान, वो सानू पियाजे दसूगा। फिर असीं लैंगुएज की गल करते हैं, ये देखो असीं नॉम चॉम्स्की पढ़ांगे, नॉम चॉम्स्की की गल करते हैं असीं, ठीक है जी। फिर असीं इमोशनस की गल करते हैं, सैक्सुअल डिवेलपमेंट की तुसीं देख लो सिगमंड फ्रॉड पढ़ांगे आपां इहदे च, ठीक है जी। फिजिकल डिवेलपमेंट आ, मॉरल डिवेलपमेंट की गल करते हैं असीं लॉरेंस कोहलबर्ग पढ़ांगे असीं इहदे च, लॉरेंस कोहलबर्ग पढ़ांगे असीं इहदे च। तो बेसिकली डिवेलपमेंट बहुत इंपॉर्टेंट पार्ट आ साडे सिलेबस का, इसे दे ही अगे सब पार्ट्स ने जो असीं थ्योरीज पढ़ते हैं कि इंसान वख-वख समय ते किस तरह डिवेलप हो रहा है। तो बड़ियां सारियां टाइप्स ने इहदियां डिवेलपमेंट्स दियां, उही टाइप्स नूं असीं अगे जाके एलैबोरेट करना गा, जिहड़ियां साडियां थ्योरीज का रूप लै लैंदियां ने, ठीक है जी। आई होप तुसीं इत्थों तक समझ गए होवोगे टाइप्स ऑफ डिवेलपमेंट। अगे असीं जदों इस कंसैप्ट नूं अगे चलावांगे तो सब तो पहला असीं गल करनी आ स्टेजिस की। स्टेजेस ऑफ डिवेलपमेंट, स्टेजेस ऑफ डिवेलपमेंट, स्टेजेस ऑफ डिवेलपमेंट जिथों साडा कंसैप्ट की शुरुआत होंदी है साडे सिलेबस के अकॉर्डिंग तुसीं कह सकते हो। स्टेजेस ऑफ डिवेलपमेंट कई सारियां स्टेजेस दे विच इंसान नूं वंडिया होया जी, जिवें प्री इनफेंसी पीरीयड, यह समा है जी 0 तो 9 मंथ, मतलब कि जदों बच्चा माँ की कुख दे विच हुंदा वो समा असीं इहनूं प्री इनफेंसी पीरीयड कहने, इहनूं प्री बर्थ टाइम भी कह सकते हैं, पीरीयड भी कह सकते हो तुसीं। इहदे च एक स्टेज हुंदी है जी गर्मीनल स्टेज, मुढ़ली स्टेज है जी गर्मीनल स्टेज, जिहड़ी 0 तो लैके 2 हफ्तियां की स्टेज आ, 0 तो लैके 2 हफ्तियां की स्टेज है, इहनूं असीं गर्मीनल स्टेज बोलते हैं। फिर असीं एक स्टेज हुंदी है जी एम्बोरिक स्टेज, एम्बोरनिक स्टेज बोलते हैं जी इसनूं। ये नैक्सट स्टेज है जी साडी, ये स्टेज जिहड़ी हैगी है 3 तो 8 वीक की स्टेज हुंदी है जी, 3 तो 8 हफ्तियां की स्टेज आ, ठीक है जी। एक हुंदी है जी फीटल स्टेज, यह 8 तो लैके बर्थ तक की स्टेज है जी। 3 स्टेजिस दे विच प्री इनफेंसी पीरीयड वंडिया होया जी, जिहड़ी इंसान की पहली स्टेज आ गई जदों दी लाइफ शुरू होंदी हैगी। गर्मीनल स्टेज बिल्कुल अजे बच्चा एग के रूप च हुंदा, छोटा हुंदा, अजे तक उहदा कोई भी शेप लैनी उहने शुरू नहीं की हुंदी, बिल्कुल स्टार्टिंग स्टेज आ। एम्बोरनिक स्टेज 3 तो 8 वीक की स्टेज है जी, ये बच्चा थोड़ा मतलब कि वो एक ग्रोथ होने लग जाती है, वो शेप लैनी शुरू कर दिंदा, वो अंग बनने शुरू हो जाते हैं वगैरह वगैरह, इस स्टेज है जी। फिर फीटल स्टेज है जी, फीटल स्टेज 8 तो इस दे विच पूरा प्रॉपर तरीके दे नाल बच्चे की ग्रोथ होंदी है,
ਬੱਚੇ ਦੇ ਜਿਹੜੇ ਹੈਗੇ ਆ ਅੰਗ ਬਣਦੇ ਨੇ, ਉਹ ਅੱਗੇ ਅੱਗੇ ਮੂਵਮੈਂਟਸ ਸ਼ੁਰੂ ਕਰਦਾ, ਉਹਦੀ ਡਿਵੈਲਪਮੈਂਟ ਵੀ ਸ਼ੁਰੂ ਹੁੰਦੀ ਆ, ਲੈਗਸ ਪ੍ਰੋਪਰ ਸ਼ੇਪ ਦੇ ਵਿੱਚ ਆਉਂਦੀਆਂ ਨੇ, ਤੇ ਫਿਰ ਉਹ ਲੈਗਸ ਨੂੰ ਕਿਕਿੰਗ ਕਰਦਾ ਵਗੈਰਾ ਵਗੈਰਾ, ਇਸ ਤਰੀਕੇ ਨਾਲ ਉਹ ਅੱਗੇ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਗਾ। ਤੇ ਬਰਥ ਤੱਕ ਇਹ ਸਟੇਜ ਚੱਲਦੀ ਰਹਿੰਦੀ ਹੈ ਜੀ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਸ਼ੁਰੂ ਹੁੰਦਾ ਜੀ ਇਨਫੈਂਸੀ ਪੀਰੀਅਡ, ਜਿਹੜੀ 0 ਤੋਂ 2 ਸਾਲ ਦਾ ਸਮਾਂ ਜੀ, ਮਤਲਬ ਕਿ 0 ਤੋਂ ਇੱਥੇ ਮੇਰਾ ਮਤਲਬ ਹੈਗਾ ਬਰਥ ਤੋਂ, ਬਰਥ ਤੋਂ 2 ਸਾਲ ਦੇ ਸਮੇਂ ਨੂੰ ਇਨਫੈਂਸੀ ਪੀਰੀਅਡ ਕਹਿੰਦੇ ਆ ਜੀ ਅਸੀਂ। ਇਹ ਬੜਾ ਇੰਪੋਰਟੈਂਟ ਪੀਰੀਅਡ ਆ ਜੀ, ਕ੍ਰਿਟੀਕਲ ਪੀਰੀਅਡ ਵੀ ਇਹਨੂੰ ਕਿਹਾ ਜਾਂਦਾ ਹੈ ਨਾ। ਇਸ ਪੀਰੀਅਡ ਦੇ ਵਿੱਚ ਕੀ ਹੁੰਦਾ ਜੀ, ਪਹਿਲੀ ਗੱਲ ਤਾਂ ਬੱਚਾ ਸੈਂਸਸ ਦੇ ਥਰੂ ਹੀ ਸਿੱਖਦਾ, ਕਿਉਂਕਿ ਉਹਦੇ ਕੋਲੇ ਭਾਸ਼ਾ ਨਹੀਂ ਹੁੰਦੀ ਅਜੇ ਤੱਕ। ਮੰਨਿਆ ਜਾਂਦਾ ਕਿ 9 ਤੋਂ 1 ਸਾਲ ਦਾ ਬੱਚਾ ਇੱਕ ਸ਼ਬਦ ਨੂੰ ਬੋਲਣ ਲੱਗਦਾ, 1.5 ਸਾਲ ਦਾ ਬੱਚਾ 2 ਸ਼ਬਦਾਂ ਨੂੰ ਬੋਲਣ ਲੱਗਦਾ, 2 ਤੋਂ 2.5 ਸਾਲ ਦਾ ਬੱਚਾ 3 ਸ਼ਬਦਾਂ ਨੂੰ ਜੋੜ ਕੇ ਬੋਲਣ ਲੱਗਦਾ। ਪਰ ਇਸ ਪੀਰੀਅਡ ਦੀ ਸ਼ੁਰੂਆਤ ਦੇ ਵਿੱਚ ਬੱਚੇ ਕੋਲੇ ਕੋਈ ਲੈਂਗੁਏਜ ਨਹੀਂ ਹੁੰਦੀ, ਤਾਂ ਉਹ ਸੈਂਸਸ ਥਰੂ ਹੀ ਰਿਐਕਟ ਕਰਦਾ। ਜਦੋਂ ਉਹਦਾ ਕੁਝ ਦੁਖਦਾ, ਉਹਨੂੰ ਭੁੱਖ ਲੱਗਦੀ ਆ, ਉਹ ਰੋਂਦਾ, ਉਹਦੇ ਮਦਰ ਉਹਨੂੰ ਸੰਭਾਲਦੇ ਨੇ, ਸੈਂਸਸ ਥਰੂ ਉਹ ਪੂਰੀ ਦਾ ਪੂਰਾ ਜਿਹੜਾ ਹੈਗਾ ਨਿਰਵਾਹ ਕਰਦਾ ਆਪਦਾ, ਉਹ ਰਹਿੰਦਾ। ਠੀਕ ਹੈ ਜੀ। ਇਸੇ ਲਾਈਕ ਜਿਵੇਂ ਇੱਕ ਇਸੇ ਸਮੇਂ ਦੇ ਵਿੱਚ ਜਿਹੜੀ 1 ਵਰਡ ਸਟੇਜ ਆਉਂਦੀ ਆ ਜੀ, ਮਤਲਬ ਕਿ ਜਦੋਂ ਬੱਚਾ 9 ਮਹੀਨਿਆਂ ਦਾ ਹੁੰਦਾ ਤਾਂ ਉਹਨੂੰ 1 ਵਰਡ ਸਟੇਜ ਬੋਲਦੇ ਆ। ਫਿਰ 1.5 ਸਾਲ ਦਾ ਜਦੋਂ ਬੱਚਾ ਹੁੰਦਾ ਉਹਨੂੰ ਅਸੀਂ 2 ਵਰਡ ਸਟੇਜ ਬੋਲਦੇ ਆ, ਮਤਲਬ ਕਿ ਬੱਚਾ 2 ਸ਼ਬਦਾਂ ਨੂੰ ਜੋੜ ਕੇ ਬੋਲਣਾ ਸਿੱਖ ਜਾਂਦਾ। ਠੀਕ ਹੈ ਜੀ। ਇਹਨੂੰ ਡੇਂਜਰਸ ਏਜ ਵੀ ਕਿਹਾ ਜਾਂਦਾ, ਹਰਲੌਕ ਨੇ ਕਿਹਾ ਇਹਨੂੰ ਡੇਂਜਰਸ ਏਜ। ਠੀਕ ਹੈ ਜੀ। ਇਸ ਦੇ ਵਿੱਚ ਡਿਪੈਂਡੈਂਸੀ ਪੂਰੇ ਤਰੀਕੇ ਨਾਲ ਬੱਚੇ ਦੀ ਆਪਦੇ ਮਾਪਿਆਂ ਤੇ ਹੁੰਦੀ ਆ। ਫਿਰ ਸ਼ੁਰੂ ਹੁੰਦਾ ਜੀ ਸਾਡਾ ਚਾਈਲਡਹੁੱਡ ਪੀਰੀਅਡ, ਬਚਪਨ ਕਹਿੰਦੇ ਜਿਹਨੂੰ ਅਸੀਂ। ਇਹ 3 ਤੋਂ ਲੈ ਕੇ 12 ਸਾਲ ਦਾ ਸਮਾਂ ਜੀ, 3 ਤੋਂ ਲੈ ਕੇ 12 ਸਾਲ ਦਾ ਸਮਾਂ। ਇਸ ਸਮੇਂ ਨੂੰ 2 ਪਾਰਟਸ ਦੇ ਵਿੱਚ ਵੰਡਿਆ ਜਾਂਦਾ। ਇੱਕ ਹੁੰਦਾ ਜੀ ਪ੍ਰੀ ਚਾਈਲਡਹੁੱਡ, ਇਹ ਹੁੰਦਾ ਜੀ 3 ਤੋਂ ਲੈ ਕੇ 7 ਸਾਲ ਦਾ ਸਮਾਂ। ਇੱਕ ਹੁੰਦਾ ਜੀ ਲੇਟਰ ਚਾਈਲਡਹੁੱਡ, ਇਹ 8 ਤੋਂ 12 ਸਾਲ ਦਾ ਸਮਾਂ ਹੁੰਦਾ ਜੀ। 2 ਭਾਗਾਂ ਦੇ ਵਿੱਚ ਬਚਪਨ ਨੂੰ ਵੰਡਿਆ ਜਾਂਦਾ, ਪ੍ਰੀ ਚਾਈਲਡਹੁੱਡ ਤੇ ਲੇਟਰ ਚਾਈਲਡਹੁੱਡ। ਪ੍ਰੀ ਚਾਈਲਡਹੁੱਡ ਦੇ ਵਿੱਚ ਕੀ ਆ ਜੀ, ਪ੍ਰੀ ਚਾਈਲਡਹੁੱਡ ਨੂੰ ਟॉय ਏਜ ਕਿਹਾ ਜਾਂਦਾ ਜੀ, ਟॉय ਏਜ, ਲੈਂਗੁਏਜ ਏਜ, ਕਿਉਂਕਿ ਪ੍ਰੀ ਚਾਈਲਡਹੁੱਡ ਦੇ ਵਿੱਚ ਹੀ ਬੱਚਾ ਸ਼ਬਦ, ਸੈਂਟੈਂਸ, ਵਾਕ ਬਣਾਉਣੇ ਸਿੱਖ ਜਾਂਦਾ। 2.5 ਤੋਂ 3 ਸਾਲ ਦਾ ਬੱਚਾ ਜਿਹੜਾ ਹੈਗਾ ਵਾਕ ਬਣਾਉਣੇ ਸਿੱਖ ਜਾਂਦਾ। ਉਹ ਲਾਈਕ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਭਾਸ਼ਾ ਨੂੰ ਹੁਣ ਬੋਲਣਾ ਸ਼ੁਰੂ ਕਰ ਦਿੰਦਾ ਗਾ। ਇਸ ਸਮੇਂ ਦੇ ਵਿੱਚ ਡਿਪੈਂਡੈਂਸੀ ਆ ਜਿਹੜੀ ਮਾਪਿਆਂ ਤੇ ਬੱਚਿਆਂ ਦੀ ਘਟ ਜਾਂਦੀ ਆ। ਜਿਵੇਂ ਪੋਟੀ ਟ੍ਰੇਨਿੰਗ ਆ, ਉਸ ਸਿਚੁਏਸ਼ਨ ਦੇ ਵਿੱਚ ਹੁੰਦਾ ਬੱਚਾ, ਉਹਨੂੰ ਟ੍ਰੇਨਡ ਕੀਤਾ ਜਾ ਰਿਹਾ ਹੁੰਦਾ ਉਹਦੀਆਂ ਫਿਜ਼ੀਕਲ ਜਾਂ ਪਰਸਨਲ ਐਕਟੀਵਿਟੀਜ਼ ਲਈ। ਠੀਕ ਹੈ ਜੀ। ਇਹਨੂੰ ਟॉय ਏਜ ਵੀ ਕਿਹਾ ਜਾਂਦਾ ਗਾ। ਡਿਪੈਂਡੈਂਸੀ ਘਟ ਜਾਂਦੀ ਆ, ਲੈਂਗੁਏਜ ਬੱਚੇ ਨੂੰ ਆ ਜਾਂਦੀ ਆ, ਪੋਟੀ ਟ੍ਰੇਨਿੰਗ ਦਿੱਤੀ ਜਾ ਰਹੀ ਹੁੰਦੀ ਆ। ਆਈ ਹੈਂਡ ਕੋਆਰਡੀਨੇਸ਼ਨ ਬਣ ਜਾਂਦਾ ਬੱਚੇ ਦਾ ਜੀ, ਆਈ ਹੈਂਡ ਕੋਆਰਡੀਨੇਸ਼ਨ। ਆਈ ਹੈਂਡ ਕੋਆਰਡੀਨੇਸ਼ਨ ਦਾ ਮਤਲਬ ਕੀ ਆ ਜੀ ਕਿ ਲਾਈਕ ਆਈ ਹੈਂਡ ਕੋਆਰਡੀਨੇਸ਼ਨ ਉਹ ਕੋਆਰਡੀਨੇਸ਼ਨ ਆ ਕਿ ਤੁਸੀਂ ਕਿਸੇ ਵੱਲ ਬਾਲ ਫੇਂਕੋਗੇ ਤਾਂ ਬਾਲ ਨੂੰ ਦੇਖ ਕੇ ਬੰਦਾ ਹੱਥ ਨਾਲ ਬਾਲ ਨੂੰ ਰੋਕ ਲੂਗਾ। ਬੱਚਾ ਵੀ ਇਹ ਚੀਜ਼ ਕਰਨ ਲੱਗ ਜਾਂਦਾ ਹੈ। ਇੱਕ ਸਟੇਜ ਹੁੰਦੀ ਹੈ ਕਿ ਬੱਚੇ ਵੱਲ ਤੁਸੀਂ ਬਾਲ ਸਿੱਟੋ ਤਾਂ ਉਹਦਾ ਆਪਦੇ ਹੱਥਾਂ ਪੈਰਾਂ ਤੇ ਕੰਟਰੋਲ ਨਹੀਂ ਹੁੰਦਾ ਕਿ ਉਸ ਬਾਲ ਨੂੰ ਕਿੱਕ ਕਰ ਸਕੇ ਜਾਂ ਫੜ ਸਕੇ। ਬਟ ਇਸ ਸਮੇਂ ਦੇ ਵਿੱਚ ਪ੍ਰੀ ਚਾਈਲਡਹੁੱਡ ਦੇ ਵਿੱਚ ਬੱਚੇ ਦਾ ਉਹ ਕੰਟਰੋਲ ਆ ਜਾਂਦਾ ਹੈਗਾ, ਉਹ ਬਾਲ ਨੂੰ ਮਾਰ ਸਕਦਾ, ਉਹਨੂੰ ਰੋਕ ਸਕਦਾ, ਉਹਨੂੰ ਕੈਚ ਕਰ ਸਕਦਾ। ਆਈ ਹੈਂਡ ਕੋਆਰਡੀਨੇਸ਼ਨ ਹੁੰਦਾ। ਐਸੇ ਤਰੀਕੇ ਨਾਲ ਫਿਰ ਲੇਟਰ ਚਾਈਲਡਹੁੱਡ ਦੀ ਗੱਲ ਕਰਨ ਲੱਗ ਜਾਂਦੇ ਹਾਂ ਜੀ ਅਸੀਂ। ਲੇਟਰ ਚਾਈਲਡਹੁੱਡ ਮਤਲਬ ਕਿ 8 ਤੋਂ 12 ਸਾਲ ਦਾ ਸਮਾਂ। ਇਹ ਕਿੰਡਰਗਾਰਟਨ ਦਾ ਵੀ ਸਮਾਂ ਹੈਗਾ ਜੀ, ਕਿੰਡਰਗਾਰਟਨ ਦਾ ਸਮਾਂ, KG ਸਮਾਂ, ਜਿਹੜਾ ਫਰੈਡਰਿਕ ਫਰੋਬੇਲ ਨੇ ਦਿੱਤਾ ਕਨਸੈਪਟ ਇਹ। ਫਿਰ ਲੇਟਰ ਚਾਈਲਡਹੁੱਡ ਸ਼ੁਰੂ ਹੁੰਦਾ, ਇਹਨੂੰ ਜੀ ਅਸੀਂ ਸਕੂਲ ਏਜ ਕਹਿੰਦੇ ਹਾਂ, ਸਕੂਲ ਏਜ। ਲੇਟਰ ਚਾਈਲਡਹੁੱਡ ਨੂੰ ਸਕੂਲ ਏਜ ਕਿਹਾ ਜਾਂਦਾ ਕਿਉਂਕਿ ਸਕੂਲ ਦੇ ਵਿੱਚ ਕਿੰਡਰਗਾਰਟਨ ਕਨਸੈਪਟ ਤੋਂ ਬਾਅਦ ਬੱਚਾ ਸਕੂਲ ਦੇ ਵਿੱਚ ਐਂਟਰੀ ਕਰਦਾ ਆਪਦੀ। ਸਕੂਲ ਏਜ ਕਿਹਾ ਜਾਂਦਾ ਜੀ। ਇੱਥੇ ਬੱਚੇ ਦਾ ਲੌਜਿਕ ਅੱਛਾ ਹੋ ਜਾਂਦਾ। ਠੀਕ ਹੈ ਜੀ, ਲੌਜਿਕ ਆ ਜਾਂਦਾ ਉਹਦੇ ਵਿੱਚ। ਠੀਕ ਹੈ ਜੀ। ਟੀਚਰ ਦੀ ਇਨਵੋਲਵਮੈਂਟ ਵੱਧ ਜਾਂਦੀ ਹੈ ਜੀ, ਫੈਮਿਲੀ ਦੇ ਨਾਲ ਨਾਲ ਟੀਚਰ ਵੀ ਐਂਟਰ ਹੋ ਜਾਂਦਾ। ਪੀਅਰ ਗਰੁੱਪ ਦੀ ਵੀ ਇਨਵੋਲਵਮੈਂਟ ਵੱਧ ਜਾਂਦੀ ਹੈਗੀ, ਪੀਅਰ ਗਰੁੱਪ ਦੀ ਇਨਵੋਲਵਮੈਂਟ ਵੱਧ ਜਾਂਦੀ ਆ। ਕੰਕਰੀਟ ਫੰਕਸ਼ਨਿੰਗ ਦਾ ਸਮਾਂ ਜੀ ਇਹ, ਕੰਕਰੀਟ ਫੰਕਸ਼ਨਿੰਗ। ਕੰਕਰੀਟ ਫੰਕਸ਼ਨਿੰਗ ਦਾ ਮਤਲਬ ਕੀ ਹੁੰਦਾ ਕਿ ਜਦੋਂ ਤੁਸੀਂ
ਕੰਕਰੀਟ ਨੂੰ ਦੇਖਦੇ ਹੋ, ਕੰਕਰੀਟ ਦੀ ਪਛਾਣ ਕਰਨ ਲੱਗ ਜਾਂਦੇ ਹੋ। ਕੰਕਰੀਟ ਦਾ ਮਤਲਬ ਮਟੀਰੀਅਲ ਦੀ। ਜਦੋਂ ਤੁਸੀਂ ਜਾਣਦੇ ਹੋ ਕਿ ਇਹ ਬੈਂਚ ਆ, ਇਹ ਕੁਰਸੀ ਆ, ਇਹ ਕਾਰ ਆ, ਇਹ ਬਾਈਕ ਆ, ਇਹ ਵਗੈਰਾ ਵਗੈਰਾ, ਇਹਨਾਂ ਚੀਜ਼ਾਂ ਬਾਰੇ ਜਦੋਂ ਤੁਹਾਨੂੰ ਗਿਆਨ ਹੋਣ ਲੱਗ ਜਾਂਦਾ ਮਟੀਰੀਅਲ ਨੂੰ ਲੈ ਕੇ, ਤਾਂ ਉਹਨੂੰ ਅਸੀਂ ਕੰਕਰੀਟ ਫੰਕਸ਼ਨਿੰਗ ਕਹਿੰਦੇ ਹਾਂ। ਅਬਸਟਰੈਕਸ਼ਨ ਇੱਕ ਕਨਸੈਪਟ ਆ ਸਾਡੀ ਸਾਈਕੋਲੋਜੀ ਦੇ ਵਿੱਚ, ਜਿਸ ਦਾ ਮਤਲਬ ਹੈਗਾ ਇਮੈਜੀਨੇਸ਼ਨ। ਅਬਸਟਰੈਕਸ਼ਨ ਤੁਹਾਡਾ ਕੰਕਰੀਟ ਹੀ ਤੁਹਾਡੀ ਅਬਸਟਰੈਕਸ਼ਨ ਬਣਾਊਗਾ ਬੇਸਿਕਲੀ। ਪਹਿਲਾਂ ਤੁਸੀਂ ਕੰਕਰੀਟ ਬਾਰੇ ਜਾਣੋਗੇ, ਫਿਰ ਕਲਪਨਾਵਾਂ ਕਰਨਾ ਅੱਗੇ ਅੱਗੇ ਸ਼ੁਰੂ ਕਰੋਗੇ। ਜੋ ਤੁਸੀਂ ਦੇਖਿਆ ਉਸੇ ਬਾਰੇ ਤੁਸੀਂ ਕਲਪਨਾ ਕਰ ਸਕਦੇ ਹੋ। ਜਿਹੜਾ ਤੁਸੀਂ ਦੇਖਿਆ ਨਹੀਂ ਹੈ, ਤੁਸੀਂ ਜਾਣਦੇ ਨਹੀਂ ਕਿਸੇ ਕਨਸੈਪਟ ਬਾਰੇ, ਉਹਦੇ ਬਾਰੇ ਤੁਸੀਂ ਅਬਸਟਰੈਕਟ ਵੀ ਨਹੀਂ ਕਰ ਸਕਦੇ। ਤਾਂ ਪ੍ਰੀ ਚਾਈਲਡਹੁੱਡ ਲੇਟਰ ਚਾਈਲਡਹੁੱਡ ਦੇ ਵਿੱਚ ਬੱਚਾ ਥੋੜਾ ਮੈਚਿਓਰ ਹੋ ਜਾਂਦਾ, ਇਹਨਾਂ ਚੀਜ਼ਾਂ ਨੂੰ ਸਕੂਲ ਜਾਣ ਲੱਗ ਜਾਂਦਾ, ਟੀਚਰ ਤੇ ਉਹਦੀ ਡਿਪੈਂਡੈਂਸੀ ਬਣ ਜਾਂਦੀ ਆ, ਪੀਅਰ ਗਰੁੱਪ ਨਾਲ ਉਹ ਖੇਡਣ ਲੱਗ ਜਾਂਦਾ, ਥੋੜਾ ਜਿਹਾ ਉਹਦਾ ਲੌਜਿਕ ਸਟਰੋਂਗ ਹੋ ਜਾਂਦਾ ਗਾ, ਕੰਕਰੀਟ ਫੰਕਸ਼ਨਿੰਗ ਹੁੰਦੀ ਆ, ਇਮੈਜੀਨੇਸ਼ਨ ਵੀ ਉਹ ਆਪਦੇ ਅਕੋਰਡਿੰਗ ਕਰਦਾ ਗਾ। ਇਸ ਤਰੀਕੇ ਨਾਲ ਬੱਚਾ ਥੋੜਾ ਜਿਹਾ ਜਿਹੜਾ ਹੈਗਾ ਡਿਵੈਲਪ ਹੋ ਜਾਂਦਾ ਗਾ। ਫਿਰ ਸਟੇਜ ਆਉਂਦੀ ਆ ਅਡੋਲਸੈਂਸ ਦੀ ਜੀ। ਅਡੋਲਸੈਂਸ ਪੀਰੀਅਡ, ਜਿਸ ਨੂੰ ਤੁਸੀਂ ਪੰਜਾਬੀ ਦੇ ਵਿੱਚ ਕਹਿੰਦੇ ਹੋ ਕਿਸ਼ੋਰ ਅਵਸਥਾ। ਅਡੋਲਸੈਂਸ ਪੀਰੀਅਡ, ਜਿਸ ਨੂੰ ਤੁਸੀਂ ਕਿਸ਼ੋਰ ਅਵਸਥਾ ਕਹਿੰਦੇ ਹੋ ਜੀ ਪੰਜਾਬੀ ਦੇ ਵਿੱਚ। ਬੜੀ ਜਿਹੜੀ ਹੈਗੀ ਆ ਸਟਰੋਮ ਏਜ ਆ, ਤੂਫਾਨੀ ਏਜ ਆ ਜੀ। ਇਹ 13 ਤੋਂ ਲੈ ਕੇ 19 ਸਾਲ ਦੀ ਲਗਭਗ ਇਹ ਏਜ ਹੁੰਦੀ ਹੈ ਜੀ, ਜਿਸ ਨੂੰ ਤੁਸੀਂ ਸਟਰੋਮ ਜਾਂ ਤੂਫਾਨੀ ਏਜ ਕਿਹਾ ਜਾਂਦਾ। ਸਭ ਤੋਂ ਜ਼ਿਆਦਾ ਪਰਿਵਰਤਨ ਇਸ ਉਮਰ ਦੇ ਵਿੱਚ ਆਉਂਦੇ ਨੇ, ਚਾਹੇ ਉਹ ਫਿਜ਼ੀਕਲੀ ਹੋਣ, ਚਾਹੇ ਉਹ ਮੈਂਟਲੀ ਹੋਣ, ਚਾਹੇ ਉਹ ਸੋਸ਼ਲੀ ਹੋਣ। ਠੀਕ ਹੈ ਜੀ। ਇਸ ਏਜ ਦੇ ਵਿੱਚ ਜਿਹੜਾ ਹੈਗਾ ਸਭ ਤੋਂ, ਜੇ ਅਸੀਂ ਇਹਨੂੰ ਸ਼ਬਦਾਂ ਦੇ ਰੂਪ 'ਚ ਕਹੀਏ ਤਾਂ ਸਭ ਤੋਂ ਪਹਿਲਾਂ ਤਾਂ ਫਿਜ਼ੀਕਲ ਚੇਂਜਸ। ਲੜਕਾ ਜਾਂ ਲੜਕੀ ਦੇ ਵਿੱਚ ਫਿਜ਼ੀਕਲ ਚੇਂਜਸ, ਜੋ ਨੈਚੁਰਲ ਔਰਗਨਸ ਨੇ ਉਹਨਾਂ ਦੇ, ਉਹ ਜਿਹੜੇ ਹੈਗੇ ਸ਼ੇਪ ਲੈਣ ਲੱਗ ਜਾਂਦੇ ਨੇ, ਹੈ ਨਾ। ਉਹਨਾਂ ਦੇ ਵਿੱਚ ਚੇਂਜਸ ਆਉਣ ਲੱਗ ਜਾਂਦੇ ਨੇ। ਇਮੋਸ਼ਨਲੀ ਵੀ ਉਹਨਾਂ ਦੇ ਵਿੱਚ ਚੇਂਜਸ ਆਉਣ ਲੱਗ ਜਾਂਦੇ ਨੇ। ਓਪੋਜ਼ਿਟ ਸੈਕਸ ਲਈ ਉਹ ਅਟਰੈਕਟ ਹੁੰਦੇ ਨੇ, ਇੱਕ ਦੂਸਰੇ ਵੱਲ ਖਿੱਚ ਬਣਦੀ ਆ ਵਗੈਰਾ ਵਗੈਰਾ। ਤਾਂ ਇਹ ਸਭ ਕੁਛ ਅਡੋਲਸੈਂਸ ਪੀਰੀਅਡ ਦੇ ਵਿੱਚ ਜੋ ਹੈ ਉਹ ਵਾਪਰਦਾ ਗਾ। ਠੀਕ ਹੈ ਜੀ। ਉਹਨਾਂ ਦੀ ਹਾਈਟ ਗਰੋਥ ਪ੍ਰੋਪਰ ਹੋ ਜਾਂਦੀ ਆ। ਗਰੁੱਪਿੰਗ, ਗੈਂਗ ਏਜ ਕਿਹਾ ਜਾਂਦਾ ਜੀ ਇਸ ਨੂੰ। ਲਾਈਕ ਵੈਸੇ ਤਾਂ ਇਹਨਾਂ ਬਾਰੇ ਆਪਾਂ ਜਦੋਂ ਅੱਗੇ ਥੀਰੀਜ਼ ਕਰਾਂਗੇ ਜਾਂ ਅੱਗੇ ਕਨਸੈਪਟ ਕਰਾਂਗੇ ਬੜਾ ਡੀਪਲੀ ਪੜ੍ਹਨਾ ਇਹਨਾਂ ਬਾਰੇ, ਪਰ ਫਿਰ ਵੀ ਜਿੰਨਾ ਅਸੀਂ ਹੁਣ ਹੋ ਸਕਦਾ ਗੈਂਗ ਏਜ ਕਿਹਾ ਜਾਂਦਾ ਜੀ ਇਹਨੂੰ। ਅਟਰੈਕਸ਼ਨ ਹੁੰਦੀ ਆ ਬਿਟਵੀਨ ਓਪੋਜ਼ਿਟ ਸੈਕਸ। ਇਮੋਸ਼ਨ ਸੋਸ਼ਲ ਬੇਸ 'ਤੇ ਬੜਾ ਇੱਥੇ ਆ ਕੇ ਜਿਹੜੇ ਹੈਗੇ ਆ ਇਹ ਡਿਵੈਲਪ ਹੁੰਦੇ ਨੇ ਬੱਚੇ। ਸੋਸ਼ਲ ਡਿਵੈਲਪਮੈਂਟ ਹੁੰਦੀ ਹੈ ਜੀ, ਕਿਉਂਕਿ ਬੱਚੇ ਦੇ ਵਿੱਚ ਹੀਰੋਇਜ਼ਮ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨੂੰ ਲੱਗਦਾ ਕਿ ਮੈਂ ਹੀ ਸਭ ਕੁਝ ਸਹੀ ਕਰੂੰਗਾ, ਮੈਂ ਹੀ ਸੁਸਾਇਟੀ ਦੇ ਵਿੱਚ ਬਣਾਏ ਹੋਏ ਨਿਯਮਾਂ ਦੇ ਉਹ ਵਿਰੁੱਧ ਜਾਂਦਾ ਗਾ। ਉਹ ਗੱਲ ਕਰਦਾ ਗਾ ਕਿ ਇਸ ਤਰ੍ਹਾਂ ਕਿਉਂ ਆ, ਗਲਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਪੇਰੈਂਟਸ ਤੋਂ ਆਪਦਾ ਕੰਟਰੋਲ ਹਟਾਉਣ ਦੀ ਕੋਸ਼ਿਸ਼ ਕਰਦਾ। ਉਹ ਕਹਿੰਦਾ ਕਿ ਮੈਨੂੰ ਆਜ਼ਾਦੀ ਦਿੱਤੀ ਜਾਵੇ ਵਗੈਰਾ ਵਗੈਰਾ। ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਰਕਤਾਂ ਕਰਦਾ ਗਾ ਅਡੋਲਸੈਂਸ ਪੀਰੀਅਡ ਦੇ ਵਿੱਚ। ਠੀਕ ਹੈ ਜੀ। ਫਿਰ ਇਸ ਪੀਰੀਅਡ ਤੋਂ ਬਾਅਦ ਸਾਡਾ ਆਉਂਦਾ ਜੀ ਅਡਲਟਹੁੱਡ ਪੀਰੀਅਡ। ਅਡਲਟਹੁੱਡ ਪੀਰੀਅਡ ਜਾਂ ਅਡਲਟਹੁੱਡ ਤੁਸੀਂ ਸਟੇਜ ਵੀ ਕਹਿ ਸਕਦੇ ਹੋ, ਅਡਲਟਹੁੱਡ ਸਟੇਜ। ਠੀਕ ਹੈ ਜੀ। ਇਹ ਸਟੇਜ 20 ਸਾਲ ਤੋਂ ਲੈ ਕੇ 60 ਸਾਲ ਦੀ ਸਟੇਜ ਆ ਜੀ। ਇਸ ਸਟੇਜ ਦੇ ਵਿੱਚ ਵੀ ਦੋ ਪਾਰਟਸ ਨੇ। ਇੱਕ 20 ਤੋਂ 45 ਤੱਕ ਪ੍ਰੀ ਅਡਲਟਹੁੱਡ ਕਿਹਾ ਜਾਂਦਾ ਜੀ, ਤੇ 45 ਤੋਂ 60 ਸਾਲ ਦੀ ਏਜ ਨੂੰ ਲੇਟਰ ਅਡਲਟਹੁੱਡ ਕਿਹਾ ਜਾਂਦਾ ਜੀ। ਦੋ ਸਟੇਜਸ ਨੇ। ਹਾਲਾਂਕਿ ਭਾਵੇਂ ਤੁਸੀਂ ਈਟੀਟੀ ਦੇ ਸਟੂਡੈਂਟ ਹੋ ਜਾਂ ਪੇਪਰ 2 ਦੇ ਸਟੂਡੈਂਟ ਹੋ, ਬੀਐਡ ਵਾਲੇ ਸਟੂਡੈਂਟ ਹੋ, ਤੁਹਾਡਾ ਜਿਹੜਾ ਵਾਹ ਵਾਸਤਾ ਪੇਪਰ ਦੇ ਵਿੱਚ ਜਾਂ ਜਿਹੜੀ ਚਾਈਲਡ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ ਤੁਹਾਡੇ ਸਿਲੇਬਸ ਦੇ ਵਿੱਚ, ਉਹ ਅਡੋਲਸੈਂਸ ਪੀਰੀਅਡ ਤੱਕ ਹੀ ਆ, ਕਿਸ਼ੋਰ ਅਵਸਥਾ ਤੱਕ ਹੀ। ਉਹਦਾ ਰੀਜ਼ਨ ਇਹ ਆ ਕਿ ਜਿਨ੍ਹਾਂ ਨੇ ਤਾਂ ਈਟੀਟੀ ਕੀਤੀ ਆ, ਪੇਪਰ 1 ਕੀਤਾ, ਉਹਨਾਂ ਨੇ ਤਾਂ 5ਵੀਂ ਤੱਕ ਹੀ ਬੱਚੇ ਪੜ੍ਹਾਉਣੇ ਨੇ, ਹੈ ਨਾ। 5ਵੀਂ ਕਲਾਸ ਤੱਕ ਉਹ ਟੀਚਰ ਬਣਨਗੇ, ਤਾਂ ਉਸ ਦੇ ਵਿੱਚ ਤਾਂ ਬਹੁਤ ਛੋਟੇ ਬੱਚੇ ਆਉਂਦੇ ਨੇ ਏਜ ਦੇ। ਤਾਂ ਉਹਨਾਂ ਨੂੰ ਇਸ ਸਮੇਂ ਦੀ ਜਿਹੜੀ ਡਿਵੈਲਪਮੈਂਟ ਬਾਰੇ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ। ਵੈਸੇ ਕਈ ਥਿਊਰੀਜ਼ 'ਚ ਪੇਪਰ ਆ ਸਕਦਾ, ਪਰ ਜਿਹੜਾ ਪੈਡਾਗੋਗੀਕਲ ਪੇਪਰ ਆਉਂਦਾ ਉਹ ਸਾਰਾ ਜਿਹੜੇ ਉਮਰ ਦੇ ਬੱਚਿਆਂ ਨਾਲ ਉਹਨਾਂ ਦਾ ਸੰਬੰਧ ਹੋਣਾ ਉਹਨਾਂ 'ਚੋਂ ਹੀ ਆਉਂਦਾ। ਫਿਰ ਤੁਸੀਂ ਜੇ ਬੀਐਡ ਪੇਪਰ 2 ਦੀ ਗੱਲ ਕਰਦੇ ਹੋ ਤਾਂ ਤੁਸੀਂ 6ਵੀਂ ਤੋਂ ਲੈ ਕੇ 8ਵੀਂ ਕਲਾਸ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਗਾ। ਤਾਂ ਜਦੋਂ ਇਸ ਉਮਰ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਗਾ ਤਾਂ ਉਦੋਂ ਵੀ ਅਡੋਲਸੈਂਸ ਦੇ ਵਿੱਚ ਇਹ ਉਮਰ ਆ ਜਾਂਦੀ ਆ। ਅਡਲਟਹੁੱਡ ਦੇ ਵਿੱਚੋਂ ਸਾਨੂੰ ਬਹੁਤ ਘੱਟ ਕੁਐਸਚਨਸ ਆਉਂਦੇ ਆ। ਕਿਸੇ ਥਿਊਰੀ ਨੂੰ ਲੈ ਕੇ ਕੁਐਸਚਨ ਆ ਸਕਦਾ, ਵੈਸੇ ਸਾਨੂੰ ਜਨਰਲ ਕੁਐਸਚਨ ਅਡਲਟਹੁੱਡ ਜਾਂ ਤੁਸੀਂ ਓਲਡ ਏਜ ਦੀ ਗੱਲ ਕਰੋ ਨਹੀਂ ਕੁਐਸਚਨ ਹੁੰਦਾ। ਪਰ ਫਿਰ ਵੀ ਆਪਾਂ
इस स्टेज ਨੂੰ पूरा करने ਲਈ स्टेजेस ऑफ डिवेलपमेंट ਨੂੰ पूरा करने ਲਈ इस चीज़ ਨੂੰ पढ़ांगे। तो अडल्टहुड 20 ਤੋਂ ਲੈ ਕੇ 45 साल की एज है जी। तुसीं जानते हो कि यूनीवर्सिटी कॉलेज की एज आ, इस एज दे विच तुसीं एक नोट कर सकते हो। इस एज दे विच बंदा यूनीवर्सिटी कॉलेज जांदा, फिर उस तो बाद उहदी फैमिली सैटअप होंदी है ना, वो जॉब लगदा, कोई बिजनेस करदा, कोई किसी रझेवें दे विच जिहड़ा रुझ जांदा, फिर उहदी मैरिज हुंदी है। मैरिज तो बाद जिहड़ा हैगा उहदी नैक्सट जनरेशन बच्चे पैदा होंदे ने, उहदे रिलेशनस वधदे ने। इस तरीके नाल वो प्री अडल्टहुड दे विच जिहड़ा हैगा वो इनवॉल्व हो जाता नਵੇਂ रिश्ते बनाउण दे विच। जे तुसीं इस पॉइंट ऑफ व्यू तो एरिक एरिक्सन की गल करो कि वो दसदा कि साडी सोसाइटी ते साइको किस तरह एक दूजे नाल जुड़े हुए ने। एरिक एरिक्सन की गल करते हैं तो वो इस समय ते दसदा कि उन्होंने बिलोंगिंगनैस जां इंटीमेसी का कंसैप्ट आउंदा इत्थे आके, स्टैगनेशन जां जनरलाइज का कंसैप्ट आउंदा इत्थे आके। इस तरह के कंसैप्ट्स उहदे सामने आउंदे ने। फिर जो लेटर अडल्टहुड की गल करते हैं, इस समय दे विच जो इंसान पहुँचता, उहदे बच्चे, उहदी जॉब, उहदा पहली गल तो रिटायरमेंट एज है है ना, नेड़े जाके रिटायरमेंट होंदी है एंड पार्ट ते। तो इस स्टेज दे विच उहदे बच्चे प्रॉपरली फैमिली बन चुकी आ, उहदी वाइफ आ, उहदी फैमिलीज़ आ, उहदा सोशल स्टेटस आ वगैरह वगैरह। तो इन्हां चीज़ों तो फ्री हो चुका। तो इत्थे आके वो सैल्फ अस्टीम बारे सोचदा, आपदी इज्जत बारे सोचदा, सोसाइटी दे विच कोई नावां खट्टण बारे सोचदा। तो ये स्टेज उही है जी। फिर वो जो रिटायर होंदा जां आपदे काम नूं छड्डदा, जॉब तो रिटायर होंदा वगैरह वगैरह, फ्यूचर प्लैनस बारे सोचदा। इत्थे एरिक एरिक्सन गल करदा कि जे तो वो अच्छी लाइफ उहदी वधिया चल रही है तो फ्यूचर प्लैन भी अच्छे होणगे, जे नहीं होऊगा तो उहदे च किते ना किते जिहड़ा डैसपेयर हो जाऊगा, चिंता ते चल जाऊगा वो। तो इस स्टेज दे विच सब कुछ वापरदा जी। सोसाइटी दे विच इज्जत कमाउणा चाहुंदा गा, वो सोसाइटी दे विच आपदा नाम ना कमाउणा चाहुंदा गा वगैरह वगैरह। ठीक है जी। साडे नाल इहदा घੱਟ संबंध क्यों आ? क्योंकि साडा ਜਿਹੜੇ ਬੱਚਿਆਂ ਨੂੰ ਤੁਸੀਂ ਪੜਾਉਣਾ ਉਹ ਇਸ ਏਜ ਵਾਲੇ नहीं होणगे, हायर एजुकेशन ਦੇ ਵਿੱਚ ਆ। फिर लास्ट स्टेज हैगी है जी ओल्ड एज, जिहड़ी 60 प्लस जिन्नी उम्र भी बंदा चाहुंदा, ओल्ड स्टेज है जी। इस स्टेज च एक ही पॉइंट आउंदा जिसनों सैल्फ एक्चुअलाइजेशन कहा जाता जी। मतलब कि जदों 60 का बंदा हुंदा तो इस स्टेज पर आके वो काम तो भी फ्री हो चुका, रिटायर हो चुका, ਜਾਂ ਉਹਨੇ एज ਉਹਦੀ ऐसी आ गई कि वो ज़्यादा इनवॉल्व नहीं है, फैमिली भी ਉਹਦੀ जनरेशनस अगे चल पईयां। ਇੱਥੇ ਆ ਕੇ ਉਹ बस यही सोचदा कि मैं जिंदगी 'ਚ जो कीता चंगा कीता, बुरा कीता। यही चीज़ां ਉਹਦੇ ਸੁਭਾਅ ਨੂੰ ਨਿਸ਼ਚਿਤ ਕਰਦੀਆਂ ਨੇ कि ਉਹ थोड़ा ਤੁਸੀਂ कह सकते हो कि इरीटेटिंग होऊगा, कि वो शांत होऊगा, कि ਉਹਦੇ 'ਚ मोटिवेशन अजे भी बहुत ज़्यादा हो कुछ ना कुछ करन दी, कि वो डीमोटिवेट हो चुकिया हो तो बस मरण के दिनों नेड़े देखदा हो वगैरह वगैरह। ये ਜਿਹੜੀਆਂ ਪੂਰੀ ਦੀਆਂ ਪੂਰੀਆਂ ਸਟੇਜਸ ਨੇ, ਇਸੇ ਨੂੰ ਹੀ ਚਾਈਲਡ ਡਿਵੈਲਪਮੈਂਟ ਕਿਹਾ ਜਾਂਦਾ। ਚਾਈਲਡ ਡਿਵੈਲਪਮੈਂਟ ਕਿਉਂਕਿ ਅਸੀਂ ਚਾਈਲਡ ਨਾਲ ਸੰਬੰਧਿਤ ਹਾਂ, ਤਾਂ ਸਾਡੇ ਕੋਲੇ ਜਿਹੜੀਆਂ ਇੰਪੋਰਟੈਂਟ ਨੇ ਉਹ ਪਹਿਲੀਆਂ 3 ਸਟੇਜਸ ਹੀ ਹੋਣਗੀਆਂ, ਜਿਸ ਨੂੰ ਤੁਸੀਂ ਚਲੋ ਪ੍ਰੀ ਇਨਫੈਂਸੀ ਵੀ ਕਹਿ ਸਕਦੇ ਹੋ, ਫਿਰ ਇਨਫੈਂਸੀ, ਚਾਈਲਡਹੁੱਡ ਤੇ ਅਡੋਲਸੈਂਸ। ਅਡੋਲਸੈਂਸ ਤੋਂ ਬਾਅਦ ਅਡਲਟਹੁੱਡ, ਅਡਲਟਹੁੱਡ ਤੋਂ ਬਾਅਦ ਓਲਡ ਏਜ। ਤਾਂ 5 ਸਟੇਜਸ ਦੇ ਵਿੱਚ ਬੇਸਿਕਲੀ ਪੂਰੀ ਦੀ ਪੂਰੀ ਲਾਈਫ ਨੂੰ ਵੰਡਿਆ ਗਿਆ ਸਾਡੀ ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ ਤੇ। ਸਾਨੂੰ ਸਵਾਲ ਕਿਸ ਤਰ੍ਹਾਂ ਦੇ ਆਉਣੇ ਨੇ? ਸਾਨੂੰ ਕੁਐਸਚਨਸ ਇਹੀ ਆਉਣੇ ਨੇ ਕਿ ਜਦੋਂ ਜਿਵੇਂ ਹੁਣ ਚਾਈਲਡ ਡਿਵੈਲਪਮੈਂਟ ਦੀ ਗੱਲ ਕੀਤੀ ਆ, मतलब कि ਪਹਿਲੀਆਂ 3 ਸਟੇਜਸ ਦੀ ਗੱਲ ਕੀਤੀ ਆ, ਤਾਂ ਉਹਨਾਂ ਪਹਿਲੀਆਂ 3 ਸਟੇਜਾਂ ਦੇ ਵਿੱਚ ਕਿਹੜੀ ਸਟੇਜ ਤੇ ਬੱਚੇ ਦਾ ਵਿਵਹਾਰ, ਉਹਦੇ ਲੱਛਣ ਕਿਹੋ ਜਿਹੇ ਹੋਣਗੇ, ਤੁਸੀਂ ਉਹਨਾਂ ਨੂੰ ਕਿਵੇਂ ਚੇਂਜ ਕਰ ਸਕਦੇ ਹੋ, ਕਿਹੜੀ ਸਟੇਜ ਤੇ ਟੀਚਰ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਅਕੋਰਡਿੰਗ ਟੂ ਡਿਫਰੈਂਟ ਮਨੋਵਿਗਿਆਨੀਆਂ ਦੇ ਤੌਰ ਤੇ, ਕਿਸ ਤਰ੍ਹਾਂ ਕਿਹੜੀ ਸਟੇਜ ਤੇ ਬੱਚੇ ਦਾ ਵਿਵਹਾਰ ਹੁੰਦਾ ਗਾ ਵਗੈਰਾ ਵਗੈਰਾ। ਇਹੀ ਚੀਜ਼ਾਂ ਜਿਹੜੀਆਂ ਹੈਗੀਆਂ पूरे दियां पूरियां तुसीं कह सकते हो कि चाइल्ड डिवैलपमेंट का मेन पार्ट ने। ये नाल जी एक कंसैप्ट बिल्कुल सिंपल आ जिन्हों तुसीं मतलब कि सिंपली लिखोगे, वो हैगे जी फैक्टर्स जिहड़े इन्फ्लुएंस करते हैं, प्रभावित करते हैं सिंपल आ जी। ये कोई ज़्यादा नहीं तुसी लिखना। इत्थे 2 कंसैप्ट इंपॉर्टेंट ने, एक तो हैरीडिटी जिहड़ी तुहाडी डिवैलपमेंट नूं प्रभावित करती आ, एक एनवायरनमेंट जिस दे बारे आपां अगे चर्चा करनी आ। हैरीडिटी एंड एनवायरनमेंट
ਬੇਸਿਕ ਕਨਸੈਪਟ ਤਾਂ ਇਹ ਦੋ ਹੀ ਨੇ ਜਿਹੜੇ ਤੁਹਾਡੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ। ਜਿਵੇਂ ਵੀ ਤੁਸੀਂ ਅੱਜ ਹੈਗੇ ਹੋ, ਚਾਹੇ ਤੁਸੀਂ ਸੋਸ਼ਲੀ, ਮੈਂਟਲੀ, ਫਿਜ਼ੀਕਲੀ ਵਗੈਰਾ ਵਗੈਰਾ, ਕਿਸੇ ਵੀ ਪੁਆਇੰਟ ਆਫ ਵਿਊ ਤੇ ਜਿਵੇਂ ਤੁਸੀਂ ਡਿਵੈਲਪ ਹੋਏ ਹੋ, ਉਹਦੇ ਪਿੱਛੇ ਬਹੁਤ ਵੱਡਾ ਕਾਰਨ ਆ ਤੁਹਾਡੀ ਹੈਰੀਡਿਟੀ ਤੇ এনवायरमेंट, ਆਲਾ ਦੁਆਲਾ। ਠੀਕ ਹੈ ਜੀ। ਇਹਦੇ ਨਾਲ ਦੋ ਚੀਜ਼ਾਂ ਤਾਂ ਇਹ ਮੇਨ ਐਸਪੈਕਟਸ ਨੇ ਜਿਹੜੀ ਤੁਹਾਡੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ ਨੇ। ਇਹਦੇ ਨਾਲ ਸੌਖੀਆਂ ਚੀਜ਼ਾਂ ਨੇ ਲਾਈਕ ਫੂਡ, ਇਕਨੋਮਿਕ ਬੈਕਗਰਾਊਂਡ, ਰਿਲੀਜੀਅਸ ਬੈਕਗਰਾਊਂਡ, ਜਾਂ ਤੁਸੀਂ ਰਿਲੀਜੀਅਸ এনवायरमेंट ਦੀ ਗੱਲ ਕਰਦੇ ਹੋ, ਹੈ ਨਾ ਜੀ, ਡਿਸੇਬਿਲਿਟੀਜ਼ ਦੀ ਗੱਲ ਕਰਦੇ ਹੋ, ਸਕੂਲ, ਪੀਅਰ ਗਰੁੱਪ ਦੀ ਗੱਲ ਕਰਦੇ ਹੋ ਵਗੈਰਾ ਵਗੈਰਾ। ਇਹ ਚੀਜ਼ਾਂ ਸਾਰੀਆਂ ਉਹ ਇੱਕ ਇੰਪੋਰਟੈਂਟ ਫੈਕਟਰ ਨੇ ਜਿਹੜੇ ਤੁਹਾਡੇ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ ਨੇ। ਤਾਂ ਅੱਜ ਦੇ ਲੈਕਚਰ ਲਈ ਇੰਨਾ। ਆਉਣ ਵਾਲੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੀ ਗੱਲ ਕਰਾਂਗੇ। ਤਾਂ ਅੱਜ ਅਸੀਂ ਪੜ੍ਹਿਆ ਗਰੋਥ ਕੀ ਹੈ, ਡਿਵੈਲਪਮੈਂਟ ਕੀ ਹੈ, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਠੀਕ ਹੈ ਜੀ। ਗਰੋਥ ਵਾਧਾ ਜਿਸ ਨੂੰ ਤੁਸੀਂ ਮਾਪ ਦੇਖ ਤੋਲ ਸਕਦੇ ਹੋ, ਡਿਵੈਲਪਮੈਂਟ ਫੰਕਸ਼ਨਿੰਗ ਜੋ ਉਸ ਵਾਧੇ ਦੇ ਬੇਸ ਤੇ ਹੁੰਦਾ ਗਾ। ਠੀਕ ਹੈ ਜੀ। ਵੈਸੇ ਗਰੋਥ ਡਿਵੈਲਪਮੈਂਟ ਦਾ ਹੀ ਪਾਰਟ ਹੈ। ਠੀਕ ਹੈ ਜੀ। ਇਹਦੇ ਨਾਲ ਅਸੀਂ ਗੱਲ ਕੀਤੀ ਕਿ ਗਰੋਥ ਜਾਂ ਡਿਵੈਲਪਮੈਂਟ ਦੀਆਂ ਟਾਈਪਸ ਕਿੰਨੀਆਂ ਨੇ। ਤਾਂ ਕਈ ਤਰ੍ਹਾਂ ਦੀਆਂ ਟਾਈਪਸ ਨੇ, ਫਿਜ਼ੀਕਲ, ਮੈਂਟਲ, ਇਮੋਸ਼ਨਲ, ਸੋਸ਼ਲ ਵਗੈਰਾ ਵਗੈਰਾ। ਫਿਰ ਅਸੀਂ ਇਹਦੇ 'ਚ ਗੱਲ ਕੀਤੀ ਕਿ ਸਟੇਜਸ ਕਿਹੜੀਆਂ ਨੇ ਡਿਵੈਲਪਮੈਂਟ ਦੀਆਂ। ਤਾਂ ਅਸੀਂ ਸਟੇਜਸ 'ਚ ਗੱਲ ਕੀਤੀ। ਹੁਣ ਅਸੀਂ ਨੈਕਸਟ ਲੈਕਚਰ ਦੇ ਵਿੱਚ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਹੈਰੀਡਿਟੀ ਤੇ এনवायरमेंट ਨੂੰ ਡੀਪਲੀ ਥੋੜਾ ਅੱਛੇ ਤਰੀਕੇ ਨਾਲ ਪੜਾਂਗੇ ਤੇ ਐਸੇ ਤਰੀਕੇ ਨਾਲ ਅਸੀਂ ਅੱਗੇ ਚੱਲਦੇ ਰਹਾਂਗੇ। ਇੱਕ ਵਾਰ ਫਿਰ ਉਡਾਨ ਇੰਸਟੀਚਿਊਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਸ ਆ ਕਿ ਤੁਹਾਨੂੰ ਇਸ ਨਾਲ ਜੋ ਅਸੀਂ ਡਿਸਕਸ਼ਨਸ ਕੀਤੀਆਂ ਇਹ ਤੁਹਾਡੇ ਲਈ ਫਾਇਦੇਮੰਦ ਹੋਣਗੀਆਂ। ਬਾਕੀ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਮਿਲਦੇ ਹਾਂ। ਥੈਂਕ ਯੂ ਸੋ ਮਚ।